Hello students, this is Balraj Kaur, your English teacher. Today we will do the first chapter of our English literature book Bed number 29 written by Tariq Rahman. बच्चे आज ਅਸੀਂ अपनी इंग्लिश लिटरेचर ਦਾ ਪਹਿਲਾ ਪਾर्ट ਬੈਡ ਨੰਬਰ 29 ਪੜਾਂਗੇ ਜਿਹੜਾ ਕਿ ਤਾਰਿਕ ਰਹਿਮਾਨ ਨੇ ਲਿਖਿਆ ਹੈ। ਬੱਚੇ ਪਹਿਲਾਂ ਤਾਂ ਅਸੀਂ ਟਾਈਟਲ ਨੂੰ ਸਮਝਾਂਗੇ ਕਿ ਬੈਡ ਨੰਬਰ 29 ਹੈ ਕੀ। ਬੈਡ ਨੰਬਰ 29 ਜਿਵੇਂ ਤੁਸੀਂ ਟਾਈਟਲ ਦੇਖ ਹੀ ਰਹੇ ਹੋ ਕਿ ਇੱਕ ਬੈੱਡ ਦਾ ਨਾਮ ਹੈ, ਬਿਸਤਰੇ ਦਾ ਨਾਮ ਹੈ ਜਿਹੜਾ ਕਿ ਇੱਕ ਮਰੀਜ਼ ਨੂੰ ਅਲਾਟ ਕੀਤਾ ਹੋਇਆ ਸੀ ਤੇ ਮਰੀਜ਼ ਨੂੰ ਉਹਦੇ ਨਾਮ ਰਾਹੀਂ ਨਹੀਂ ਬੈਡ ਨੰਬਰ 29 ਕਰਕੇ ਹਸਪੀਟਲ ਵਿੱਚ ਜਾਣਿਆ ਜਾਂਦਾ ਸੀ। ਹੁਣ ਅਸੀਂ ਬਰੀਫ 'ਚ ਦੇਖਾਂਗੇ ਕਿ ਅਸੀਂ ਸਟੋਰੀ 'ਚ ਪੜ੍ਹਨਾ ਕੀ ਹੈ। A man whose hobby was painting met with an accident and lost his eyesight while he was in the hospital. Neem, his wardmate, encouraged him to paint again. ਇੱਕ ਬੇਟਾ ਮੈਨ ਸੀਗਾ, ਬੰਦਾ ਸੀਗਾ, ਉਹਦੀ ਹੌਬੀ ਕੀ ਸੀ, ਰੁਚੀ ਕੀ ਸੀ, ਪੇਂਟਿੰਗ ਕਰਨਾ, ਚਿੱਤਰਕਲਾ ਕਰਨਾ। ਉਹਦਾ ਕੀ ਹੋ ਗਿਆ, ਐਕਸੀਡੈਂਟ ਹੋ ਗਿਆ। ਐਕਸੀਡੈਂਟ ਵਿੱਚ ਉਹਦੀ ਅੱਖਾਂ ਦੀ ਰੋਸ਼ਨੀ ਚਲੀ ਗਈ। ਜਦੋਂ ਹਸਪੀਟਲ ਲਿਆਇਆ ਗਿਆ ਤਾਂ ਉਹਦੀ ਮੁਲਾਕਾਤ ਨੀਮ ਨਾਲ ਹੋਈ। ਵਾਰਡਮੇਟ ਸੀਗਾ, ਉਹਦੇ ਵਾਰਡ 'ਚ ਰਹਿੰਦਾ ਸੀ ਤਾਂ ਉਹਨੇ ਉਹਨੂੰ ਐਨਕਰੇਜ ਕੀਤਾ, ਉਤਸ਼ਾਹਿਤ ਕੀਤਾ ਤਾਂ ਜੋ ਦੁਬਾਰਾ ਪੇਂਟ ਕਰ ਸਕੇ। ਨੀਮ ਡਿਸਕ੍ਰਾਈਬ ਡਿਫਰੈਂਟ ਸੀਨਸ ਐਂਡ ਹੀ ਪੇਂਟਡ ਦੈਮ। ਜਿਵੇਂ ਜਿਵੇਂ ਨੀਮ ਜਿਹੜੇ ਡਿਫਰੈਂਟ ਸੀਨਸ ਜਿਹੜੇ ਸੀਗੇ, ਦ੍ਰਿਸ਼ ਸੀਗੇ, ਵਰਣਨ ਕਰੀ ਜਾਂਦਾ ਸੀ, ਉੱਦਾਂ ਉੱਦਾਂ ਉਹ ਪੇਂਟ ਕਰੀ ਜਾਂਦਾ ਸੀਗਾ। ਨੀਮ ਲੈਫਟ ਹਸਪੀਟਲ ਬਿਫੋਰ ਦਾ ਆਥਰ ਗॉट ਹਿਜ਼ ਆਈਸਾਈਟ। ਨੀਮ ਨੇ ਜਿਹੜਾ ਹਸਪੀਟਲ ਛੱਡ ਦਿੱਤਾ ਇਸ ਤੋਂ ਪਹਿਲਾਂ ਜਿਹੜਾ ਆਥਰ ਹੈ, ਲੇਖਕ ਹੈ, ਉਹਦੀ ਅੱਖਾਂ ਦੀ ਰੋਸ਼ਨੀ ਵਾਪਸ ਆਂਦੀ। ਹੂ ਵਾਜ਼ ਨੀਮ? ਨੀਮ ਕੌਣ ਸੀ ਐਂਡ ਵਾਈ ਡਿਡ ਹੀ ਲੀਵ ਦਾ ਹਸਪੀਟਲ? ਤੇ ਹਸਪੀਟਲ ਕਿਉਂ ਛੱਡ ਕੇ ਚਲ ਗਿਆ? ਇਹ ਬੱਚੇ ਅਸੀਂ ਸਾਰਾ ਅੱਜ ਸਟੋਰੀ ਵਿੱਚ ਪੜਾਂਗੇ। ਸੋ ਲੈਟਸ ਸਟਾਰਟ। Brakes shrieked, something struck, someone cried, and there was darkness spreading all around me. ਜ਼ੋਰ ਦੀ ਬ੍ਰੇਕ ਖਿੱਚਣ ਦੀ ਆਵਾਜ਼ ਆਈ। ਬੇਟੇ ਇੱਕ ਐਕਸੀਡੈਂਟ ਦਾ ਜਿਹੜਾ ਦ੍ਰਿਸ਼ ਹੈਗਾ ਉਹ ਚਿੱਤਰਿਤ ਹੋਇਆ ਹੈ। ਜ਼ੋਰ ਕੀ ਬ੍ਰੇਕ ਲਗਾਈ ਗਈ ਹੈ, ਆਵਾਜ਼ ਉਹ ਕਾਫੀ ਉੱਚੀ ਆਈ ਹੈ। ਸਮਥਿੰਗ ਸਟਰਕ, ਜਿੱਦਾਂ ਜ਼ੋਰ ਦੀ ਕੁਛ ਵਜਿਆ ਹੋਵੇ, ਅਜਿਹੀ ਆਵਾਜ਼ ਆਈ। ਕੋਈ ਰੋ ਰਿਹਾ ਸੀਗਾ ਤੇ ਸਾਰੇ ਪਾਸੇ ਹਨੇਰਾ ਹੀ ਹਨੇਰਾ ਕਹਿੰਦਾ ਮੇਰੇ ਸੀ। ਕੌਣ ਕਹਿ ਰਿਹਾ? ਆਥਰ ਕਹਿ ਰਿਹਾ। Pain leapt in my whole body and a gentle voice said, please don't move sir, it might be dangerous. ਕਹਿੰਦਾ ਮੇਰੇ ਪੂਰੇ ਸਰੀਰ ਵਿੱਚ ਪੇਨ ਹੋ ਰਹੀ ਸੀ, ਦਰਦ ਹੋ ਰਿਹਾ ਸੀ, ਪਰ ਬੜੀ ਇੱਕ ਪਿਆਰੀ ਜੀ ਆਵਾਜ਼ ਵਿੱਚ ਕਿਸੇ ਨੇ ਕਿਹਾ ਕਿ ਤੁਸੀਂ ਮੂਵ ਨਾ ਕਰੋ, ਹਿਲਜੁਲ ਨਾ ਕਰੋ, ਇਹ ਖਤਰਨਾਕ ਹੋ ਸਕਦਾ ਹੈ। I tried to understand what had happened. I recalled the pre-dawn glow, trees and flowers, the dew-bathed grass, all waiting for sunrise. ਕਹਿੰਦਾ ਮੈਂ ਸਮਝ ਨਹੀਂ ਸੀ ਪਾ ਰਿਹਾ, ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਆਖਿਰ ਹੋਇਆ ਕੀ ਹੈ। ਆਈ ਰਿਕਾਲਡ, ਫਿਰ ਕਹਿੰਦਾ ਮੈਂ ਯਾਦ ਕੀਤਾ ਪ੍ਰੀ ਡਾਊਨ ਡਾਊਨ ਹੁੰਦਾ ਸਵੇਰ, ਪ੍ਰਭਾਤ ਜਿਹੜੀ ਸਵੇਰ ਕਿਰਨ ਨਿਕਲਣ ਤੋਂ ਪਹਿਲਾਂ ਦਾ ਜਿਹੜਾ ਸਵੇਰ ਦਾ ਸਮਾਂ ਹੁੰਦਾ। ਕਹਿੰਦਾ ਉਹ ਸਮਾਂ ਮੈਂ ਯਾਦ ਕੀਤਾ, ਟਰੀਜ਼ ਯਾਦ ਕੀਤੇ, ਫਿਰ ਫਲਾਵਰਸ, ਡਿਊ ਬਾਥ, ਉਸ ਦੀ ਬੂੰਦਾਂ ਜਿਹੜੀਆਂ ਸੀਗੀਆਂ ਉਹ ਗ੍ਰਾਸ 'ਤੇ, ਘਾਹ 'ਤੇ ਸੀਗੀਆਂ। ਇਹਦੇ ਵਿੱਚ ਆਪਦਾ ਸੀ ਜਿਵੇਂ ਸਾਰੇ ਸੂਰਜ ਉਦੈ ਲਈ ਆ, ਸਨਰਾਈਜ਼ ਲਈ ਵੇਟ ਕਰ ਲਏ ਹੋਣ। I had imprisoned this all on the canvas, my masterpiece, the joy of life. ਉਹ ਕਹਿੰਦਾ ਇਸ ਉਹ ਚਿੱਤਰਕਾਰ ਸੀਗਾ, ਉਹਨੇ ਸਾਰਾ ਦ੍ਰਿਸ਼ ਕੈਦ ਕਰ ਲਿਆ, ਇੰਪ੍ਰਿਜ਼ਨਡ ਕਰ ਲਿਆ ਕੈਨਵਸ 'ਤੇ। ਉਹਦਾ ਕਲਾ ਦਾ ਨਮੂਨਾ ਸੀ ਤੇ ਇਹਨੇ ਇਹਦਾ ਨਾਮ ਕੀ ਦਿੱਤਾ ਸੀ? ਲਾਈਫ, ਜੀਵਨ। ਸੋ ਆਈ ਨੇਮਡ ਇਟ ਲਾਈਫ। ਤਾਂ ਕਰਕੇ ਮੈਂ ਇਹਦਾ ਨਾਮ ਉਹ ਕਹਿੰਦਾ ਕੀ ਰੱਖ ਦਿੱਤਾ? ਲਾਈਫ ਰੱਖਤਾ, ਜ਼ਿੰਦਗੀ ਰੱਖ ਦਿੱਤਾ। ਦੈਨ ਆਈ ਰਿਮੈਂਬਰ ਦ ਬਿਜ਼ੀ ਸਟਰੀਟ ਸੀਨ, ਦ ਰੋਰ ਆਫ ਟ੍ਰੈਫਿਕ, ਦ ਕਾਰ ਐਂਡ ਦ ਕ੍ਰੈਸ਼। ਮਾਈ ਹੈਂਡ ਟੱਚਡ ਦ ਬੈਂਡੇਜ ਔਨ ਮਾਈ ਆਈਜ਼। No God, I mourned not this. ਕਹਿੰਦਾ ਫਿਰ ਕੀ ਸੀਗਾ? ਫਿਰ ਮੈਨੂੰ ਚੇਤਾ ਆਇਆ, ਮੈਂ ਰਿਮੈਂਬਰ ਕੀਤਾ ਬਿਜ਼ੀ ਸਟਰੀਟ, ਬੜੀ ਭੀੜੀ ਜੀ ਗਲੀ ਦਾ ਜਿਹੜਾ ਸੀਨ ਸੀਗਾ, ਟ੍ਰੈਫਿਕ ਦੀ ਹੌਰਨ ਦੀ ਬੜੀ ਉੱਚੀ ਉੱਚੀ ਆਵਾਜ਼ ਆ ਰਹੀ ਸੀ। ਇੱਕ ਕਾਰ ਆਈ ਤਾਂ ਉਹਦਾ ਕ੍ਰੈਸ਼ ਹੋ ਗਿਆ, ਐਕਸੀਡੈਂਟ ਹੋ ਗਿਆ। ਤਾਂ ਮੈਂ ਆਪਣੀ ਜਿਹੜੀਆਂ ਹੈਗੀਆਂ ਹੱਥ ਜਿਹੜੇ ਸੀਗੇ, ਜਦ ਮੈਂ ਆਪਣੀ ਅੱਖਾਂ 'ਤੇ ਰੱਖੇ, ਛੂਏ ਤੇ ਮੇਰੀ ਅੱਖਾਂ 'ਤੇ ਕੀ ਸੀ? ਬੈਂਡੇਜ ਸੀ, ਪੱਟੀ ਲੱਗੀ ਹੋਈ ਸੀ। ਨੋ ਗੋਡ, ਤੇ ਮੈਂ ਭਗਵਾਨ ਨੂੰ ਕਿਹਾ ਕਿ ਆਹ ਕੀ ਮੇਰੇ ਨਾਲ ਹੋ ਗਿਆ। ਮਾਈ ਲਾਈਫ ਵਾਜ਼ ਅ ਨਾਈਟਮੇਅਰ ਆਫ ਸਾਊਂਡਸ, ਫੀਲਿੰਗਸ, ਸਮੈਲਸ, ਟੇਸਟ ਐਂਡ ਡ੍ਰੈਡਫੁਲ ਡਿਪਰੈਸ਼ਨ। ਕਹਿੰਦਾ ਮੇਰੀ ਜ਼ਿੰਦਗੀ ਤਾਂ ਇੱਕ ਬੁਰਾ ਸੁਪਨਾ ਬਣ ਕੇ ਰਹਿ ਗਈ ਸੀਗੀ। ਬੁਰੀਆਂ ਸਾਊਂਡਸ ਹੋ ਗਈਆਂ, ਫੀਲਿੰਗ, ਸਮੈਲਸ, ਟੇਸਟ ਐਂਡ ਡ੍ਰੈਡਫੁਲ ਡਿਪਰੈਸ਼ਨ। ਮੈਂ ਬੜਾ ਹੀ ਉਦਾਸ ਹੋ ਗਿਆ ਸੀ। It was a cage of darkness which held me prisoners, darkness and me. That's all. ਕਹਿੰਦਾ ਇੱਦਾਂ ਲੱਗਦਾ ਸੀ ਜਿੱਦਾਂ ਮੈਨੂੰ ਇੱਕ ਪਿੰਜਰੇ 'ਚ, ਹਨੇਰੇ ਵਾਲੇ ਪਿੰਜਰੇ 'ਚ ਬੰਦ ਕਰ ਦਿੱਤਾ ਹੋਏ, ਤਾਂ ਮੈਂ ਮੇਰੇ ਆਲੇ ਦੁਆਲੇ ਸਿਰਫ ਤੇ ਸਿਰਫ ਡਾਰਕਨੈਸ, ਹਨੇਰਾ ਹੀ ਹਨੇਰਾ ਹੋਵੇ, ਬਸ ਹੋਰ ਕੁਛ ਨਹੀਂ। ਟਾਈਮ stood still, the sun rose no more for me, the bloom of flowers, the streams and the clear sky were just memory.
कहता मेरे लिए तो समा खड़ गया सीगा। द सन, हुण कोई सन मेरे लिए उग्या नहीं क्योंकि मेरे सामने तो नेरा ही सीगा, ना मैनूं पता लगदा सी दिन है, ना मैनूं पता लगदा सी रात है क्योंकि नेरा ही रहिंदा सीगा। द ब्लूम ऑफ फ्लावर्स, ना मैनूं पता लगदा सी फुल खिल रहे हैं कि किवें है। स्ट्रीम्स, जिहड़े झरने मैं देखदा सी। क्लीयर स्काई, ना मैनूं स्काई दा पता लगदा सीगा। ये तो मेरे लिए बस एक याद जी रह गई सी क्योंकि जब मैं पेंटिंग करदा सी तो मैंने अजिहे दृश्य कहंदा सी ਉਹਨੂੰ अच्छे लगदे ਸੀਗੇ ऑथर ਨੂੰ, ਤਾਂ ਇਹਨਾਂ ਲਈ एक याद ही बन के रह गई। लाइफ सीम टू बी डाइंग विद मी, एवें लगदा सी मेरे नाल मेरी जिंदगी मरदी जा रही है क्योंकि मेरी आईसाइट जिहड़ी सी ਉਹਦੀ चली गई सी ऑथर दी। अ सॉफ्ट ही hour after hour I would lie on the bed as if staring at the ceiling। मैं की करदा सीगा, घंटे दे घंटे बीतते जाते सी, मैं बस उपर ही ना छत दे उपर टकटकी लगा के ऐं ही देखदा रहिंदा सी क्योंकि उन्होंने दिसदा तां है नहीं सी। अगे देखो बच्चे, हाउ डू यू डू। He was my ward mate Neem, who was known as number 29, that being the number of his bed। किसी ने मैंने पूछा कि तेरा की हाल है, तो वो कौन सी, ਉਹਦਾ ਵਾਰਡਮੇਟ ਸੀ, ਉਹਦੇ ਵਾਰਡ ਵਿੱਚ ਹੀ ਰਹਿੰਦਾ ਸੀ। ਉਹਦਾ ਨਾਮ ਕੀ ਸੀਗਾ, ਨੀਮ। ਤੇ ਉਹਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀਗਾ, 29 ਨੰਬਰ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਉਹਨੂੰ 29 ਨੰਬਰ ਦਾ ਬੈੱਡ ਅਲਾਟ ਹੋਇਆ ਸੀ। ਅ ਸੌਫਟ ਸਪੋਕਨ, ਬੜਾ ਹੀ ਮਿੱਠ ਬੋਲਣਾ। ਚੀਅਰਫੁਲ, ਪ੍ਰਸੰਨਚਿਤ ਬੰਦਾ ਸੀਗਾ ਉਹ। ਹੂ ਕੰਫਰਟੇਟਡ ਵਿਦ ਮੀ, many a story diverting my mind from shocking realities of life। ਉਹ ਅਜਿਹੀਆਂ ਮੈਨੂੰ ਸਟੋਰੀ ਸੁਣਾਉਂਦਾ ਸੀ ਕਿ ਮੇਰਾ ਧਿਆਨ ਜਿਹੜਾ ਸੀਗਾ ਉਹ ਜਿਹੜੀ ਮੇਰੀ ਸੱਚਾਈ ਕਿ ਹਾਂ ਕਿ ਮੇਰੀ ਆਈਸਾਈਟ ਚਲੀ ਗਈ ਹੈ, ਇਹ ਤੋਂ ਮੇਰਾ ਧਿਆਨ ਹਟਾ ਦਿੰਦਾ ਸੀਗਾ। ਅਜਿਹੀਆਂ ਵਧੀਆ ਕਹਾਣੀਆਂ ਸੁਣਾਉਂਦਾ ਸੀ। ਐਕਸੈਪਟ ਹੀ ਲਿਮਡ ਐਂਡ ਵਾਜ਼ ਔਨ ਬੈਡ ਨੰਬਰ 29, ਆਈ ਹਾਰਡਲੀ ਨਿਊ ਐਨੀਥਿੰਗ ਅਬਾਊਟ ਹਿਮ। ਕਹਿੰਦਾ ਮੇਰੇ ਅੱਖਾਂ ਦੀ ਰੋਸ਼ਨੀ ਨਹੀਂ ਸੀ, ਮੈਨੂੰ ਬਸ ਇੰਨਾ ਪਤਾ ਸੀ ਕਿ ਉਹ ਲੰਗੜਾ ਕੇ ਚੱਲਦਾ ਸੀਗਾ ਤੇ ਉਹ ਬੈਡ ਨੰਬਰ 29 ਤੇ ਰਹਿੰਦਾ ਸੀ। ਇਸ ਤੋਂ ਇਲਾਵਾ ਮੈਨੂੰ ਕੁਛ ਨਹੀਂ ਸੀ ਪਤਾ। ਹੀ ਵੰਡਰਫੁਲੀ ਡਿਸਕ੍ਰਾਈਬ ਦ ਬਰਡਸ ਹੋਪਿੰਗ ਅਮੰਗ ਸਮਾਈਲਿੰਗ ਬ੍ਰਾਈਟਨੈਸ ਆਫ ਦ ਮਾਰਨਿੰਗ ਦੈਟ ਆਈ ਇਮੈਜਿਨਡ ਆਈ ਕੁਡ ਸੀ ਦ ਸੀਨ ਮਾਈ ਸੈਲਫ। ਉਹ ਐਵੇਂ ਵੰਡਰਫੁਲੀ ਬੜੀ ਚੰਗੀ ਤਰ੍ਹਾਂ ਸੋਹਣੀ ਤਰ੍ਹਾਂ ਕੀ ਕਰਦਾ ਸੀ, ਡਿਸਕ੍ਰਾਈਬ, ਵਰਣਨ ਕਰਦਾ ਸੀ ਬਰਡਸ ਦਾ, ਕੁਦਰਤਾਂ ਦੇ ਨਜ਼ਾਰਿਆਂ ਦਾ, ਹੈ ਨਾ, ਕੁਦਰਤ ਦੇ ਨਜ਼ਾਰਿਆਂ ਦਾ। ਕਿ ਮੈਂ ਇੱਦਾਂ ਹੀ ਕਲਪਨਾ ਕਰਨ ਲੱਗ ਪੈਂਦਾ ਸੀਗਾ। ਮੈਨੂੰ ਦਿਸਦਾ ਤਾਂ ਨਹੀਂ ਸੀ ਪਰ ਮੈਂ ਉਹਦੀ ਅੱਖਾਂ ਨਾਲ ਹੀ ਜਿਵੇਂ ਕਹਿ ਲਓ ਕਿ ਮੈਂ ਦੇਖਦਾ ਸੀ। Go on, I would urge whenever his voice stopped। ਕਹਿੰਦਾ ਜਿਵੇਂ ਉਹ ਚਿੱਤਰ ਦਾ ਵਰਣਨ ਕਰਦਾ ਸੀਗਾ ਤੇ ਜਦੇ ਕਿਤੇ ਰੁਕ ਜਾਂਦਾ ਤਾਂ ਮੈਂ ਉਹਨੂੰ ਕਹਿੰਦਾ ਸੀ go on, ਤੂੰ ਅੱਗੇ ਚੱਲ। ਤਾਂ ਅੱਗੇ ਜਿਹੜੀ ਆਪਣੀ ਹੈ ਵਰਣਨ ਜਿਹੜਾ ਚਿੱਤਰ ਦਾ ਉਹ ਕਰੀ ਜਾ ਤੇ ਉਹ ਉਸ ਹਿਸਾਬ ਨਾਲ ਇਮੈਜਿਨ ਕਰੀ ਜਾਂਦਾ ਸੀ। Thus he would minutely describe the scene outside the window the whole day। This gave hope to me। ਉਹ ਸਾਰਾ ਦਾ ਸਾਰਾ ਦਿਨ ਜਿਹੜੀ ਖਿੜਕੀ ਆ ਤੋਂ ਬਾਹਰ ਦੇਖਦਾ ਰਹਿੰਦਾ ਸੀ ਤਾਂ ਸੀਨ ਜਿਹੜੇ ਸੀਗੇ, ਦ੍ਰਿਸ਼ ਜਿਹੜੇ ਸੀਗੇ, ਮਾਈਨਿਊਟਲੀ ਬੜੀ ਬਾਰੀਕੀ ਨਾਲ ਉਹਨਾਂ ਨੂੰ ਕੀ ਕਰਦਾ ਸੀਗਾ, ਡਿਸਕ੍ਰਾਈਬ ਕਰਦਾ ਸੀਗਾ। ਤੇ ਇਹ ਜਿਹੜੀ ਚੀਜ਼ਾਂ ਸੀ ਮੈਨੂੰ ਹੋਪ ਦਿੰਦੀਆਂ ਸੀ, ਆਸ਼ਾ ਦਿੰਦੀਆਂ ਸੀ। ਤਾਂ ਮੈਨੂੰ ਭੁੱਲ ਜਾਂਦਾ ਸੀਗਾ ਕਿ ਮੇਰੀ ਆਈਸਾਈਟ ਗਈ ਹੋਈ ਹੈ। ਡੇ ਪਾਸ, ਦਿਨ ਬੀਤ ਗਏ। ਦੈਨ ਵਨ ਡੇ ਆਈ ਆਸਕਡ ਹਿਮ ਇਫ ਹੀ ਹੈਡ ਬੀਨ ਮੂਵਡ ਬਾਏ ਐਨੀਥਿੰਗ। ਤੇ ਇੱਕ ਦਿਨ ਮੈਂ ਉਹਨੂੰ ਪੁੱਛ ਲਿਆ ਕਿ ਕਿਸੇ ਚੀਜ਼ ਨੇ ਤੈਨੂੰ ਕਦੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। Yes, he began slowly, well many things। ਕਹਿੰਦਾ ਹਾਂ ਮੈਨੂੰ ਤਾਂ ਕਈ ਚੀਜ਼ਾਂ ਨੇ ਪ੍ਰਭਾਵਿਤ ਕੀਤਾ। He suddenly brightened, ah yes। ਫਿਰ ਉਹਨੂੰ ਇੱਕਦਮ ਨਾਲ ਯਾਦ ਆਈ ਇੱਕ ਹੋਰ ਗੱਲ। ਕਹਿੰਦਾ ਹਾਂ yes, once I walked by a farmhouse। ਇੱਕ ਵਾਰੀ ਮੈਂ ਫਾਰਮ ਹਾਊਸ ਤੋਂ ਲੰਘ ਰਿਹਾ ਸੀ ਨਾਲ ਨੇੜਿਓ। On a golden October evening I saw a haystack। ਅਕਤੂਬਰ ਦਾ ਮਹੀਨਾ ਸੀਗਾ, ਸ਼ਾਮ ਸੀਗੀ ਤਾਂ ਮੈਂ ਕੀ ਦੇਖਿਆ, ਤੂੜੀ ਦੇਖੀ। ਕਹਿੰਦਾ ਉਹ ਤੂੜੀ ਨਹੀਂ ਸੀ, it wasn't straw। ਘਾਹ ਨਹੀਂ ਸੀ, ਸੁੱਕਿਆ ਹੋਇਆ ਘਾਹ ਜਾਂ ਤੂੜੀ ਬੱਚੇ ਤੁਸੀਂ ਕਹਿ ਸਕਦੇ ਆ। ਇਟ ਵਾਸ ਪਿਓਰ ਗੋਲਡ। ਇਵੇਂ ਜਾਪਦਾ ਸੀ ਜਿਵੇਂ ਉਹ ਪਿਓਰ ਗੋਲਡ ਹੋਵੇ, ਸੋਨਾ ਹੋਵੇ। ਜਿੱਦਾਂ ਅਸੀਂ ਕਣਕ ਨੂੰ ਵੀ ਕਹਿੰਦੇ, ਕਣਕ ਨਹੀਂ ਕਹਿੰਦੇ ਉਹਨੂੰ, ਸੋਨੇ ਦੇ ਨਾਲ ਉਹਦਾ ਕੰਪੈਰੀਜ਼ਨ ਕਰਦੇ ਹਾਂ, ਜਸਟ ਲਾਈਕ ਦੈਟ। All around the world was ablaze with colors, red leaves, white dust, basking in the last golden rays of the sun setting on the blood red west। ਉਹ ਦੱਸ ਰਿਹਾ ਹੈ ਕਿ ਹੁਣ ਸਾਰੇ ਪਾਸੇ ਕੀ ਸੀਗਾ, ਜਿਹੜਾ ਵਰਡ ਹੈਗਾ ਕਲਰਸ, ਮਤਲਬ ਰੰਗ ਬਿਰੰਗਾ ਜਿਹੜਾ ਸੀਗਾ ਉਹ ਉਹਦਾ ਦੱਸ ਰਿਹਾ। ਰੈੱਡ ਲੀਵਸ ਸੀਗੀਆਂ ਰੈੱਡ ਸੀਗੀਆਂ, ਚਿੱਟੀਆਂ ਬੱਤਕਾਂ ਸੀਗੀਆਂ। ਬਾਸਕਿੰਗ ਇਨ ਲਾਸਟ ਗੋਲਡਨ ਰੇਜ਼, ਉਹਨਾਂ 'ਤੇ ਰੇਜ਼ ਜਿਹੜੀਆਂ ਗੋਲਡਨ ਪੈ ਰਹੀਆਂ ਸੀ। ਸਨ ਸੈੱਟ ਹੋਣ ਵਾਲਾ ਸੀ ਤਾਂ ਪੱਛਮ ਵਿੱਚ ਸਨ ਨੇ ਜਿੱਦਾਂ ਸੈੱਟ ਕਰਨਾ ਸੀ ਤਾਂ ਉਹ ਪਾਸਾ ਜਿਹੜਾ ਹੈਗਾ ਬਲੱਡ ਰੈੱਡ ਐਨ ਲਾਲ ਹੋਇਆ ਪਿਆ ਸੀ। There I stood and gasped, unable to move। ਮੈਂ ਉੱਥੇ ਖੜਾ ਹੀ ਰਿਹਾ ਤੇ ਜਿਵੇਂ ਉਹ ਦ੍ਰਿਸ਼ ਦੱਸ ਰਿਹਾ ਸੀਗਾ, ਗਾਸਟ ਹੁੰਦਾ ਬੜੇ ਧਿਆਨ ਨਾਲ ਦੇਖਣਾ, ਮਤਲਬ ਉਹ ਆਪਣੀ ਮਨ ਦੀ ਅੱਖਾਂ ਨਾਲ ਬੜੇ ਧਿਆਨ ਨਾਲ ਦੇਖ ਰਿਹਾ ਸੀ ਤਾਂ ਉਹ unable to move, ਬਿਲਕੁਲ ਹਿਲਜੁਲ ਨਹੀਂ ਸੀ ਕਰ ਰਿਹਾ, ਹਿਲ ਹੀ ਨਹੀਂ ਸੀ ਪਾ ਰਿਹਾ। What, I cried, didn't you paint it?
ਉਹਨੇ ਉੱਚੀ ਦਾਣੀ ਚਿल्लाया ਤੇ ਕਿਹਾ ਕਿ ਤੂੰ ਇਹਨੂੰ ਪੇਂਟ ਨਹੀਂ ਕੀਤਾ। There was an uneasy silence which embarrassed me for having asked such a question. After all, I thought everyone is not an artist. ਕਹਿੰਦਾ ਸ਼ਾਂਤੀ ਹੋ ਗਈ, ਅਨਈਜ਼ੀ ਸਾਇਲੈਂਸ ਹੋ ਗਿਆ, ਉਹਨੂੰ ਕਾਫੀ ਅੰਬੈਰਸਡ ਫੀਲ ਹੋਇਆ, ਸ਼ਰਮ ਫੀਲ ਹੋਈ ਜਦ ਇਹ ਕੁਐਸਚਨ ਪੁੱਛਿਆ ਗਿਆ ਕਿ ਤੂੰ ਇਹ ਪੇਂਟ ਨਹੀਂ ਕੀਤਾ। ਆਈ ਥੋਟ ਐਵਰੀਵਨ ਇਜ਼ ਨਾਟ ਅ ਆਰਟਿਸਟ। ਉਹ ਕਹਿੰਦਾ ਕਿ ਹਰ ਕੋਈ ਚਿੱਤਰਕਾਰ ਤਾਂ ਨਹੀਂ ਹੁੰਦਾ। ਆਈ ਮੀਨ ਆਈ ਵੁੱਡ ਹੈਵ ਪੇਂਟਡ ਇਟ। ਹਾਂ, ਮੇਰਾ ਕਹਿਣ ਦਾ ਭਾਵ ਹੈ ਕਿ ਮੈਨੂੰ ਇਹ ਪੇਂਟ ਕਰਨਾ ਚਾਹੀਦਾ ਸੀਗਾ। ਆਈ ਸੈਡ ਹਰਡਲੀ, ਮੈਂ ਛੇਤੀ ਕਿਹਾ, ਵਾਈ ਡੋਂਟ ਯੂ ਪੇਂਟ, ਤੂੰ ਫਿਰ ਪੇਂਟ ਕਿਉਂ ਨਹੀਂ ਕਰਦਾ? ਇਟ ਇਜ਼ ਮਾਈ ਮਾਈਂਡ, ਇਹ ਮੇਰੇ ਮਾਈਂਡ ਵਿੱਚ ਹੈਗਾ ਐਂਡ ਆਈ ਨੋ ਯੂ ਕੈਨ ਪੇਂਟ, ਤੇ ਮੈਨੂੰ ਪਤਾ ਹੈ ਤੂੰ ਇਹ ਪੇਂਟ ਕਰ ਸਕਦਾ। ਡੂ ਪਲੀਜ਼ ਸੇ ਯੈਸ, ਕਹਿੰਦਾ ਕਿਰਪਾ ਕਰਕੇ ਤੂੰ ਹਾਂ 'ਚ ਉੱਤਰ ਦੇ ਦੇ। ਹੀ ਪਲੇਡਡ ਐਂਡ ਉਹਨੇ ਪ੍ਰਾਰਥਨਾ ਕੀਤੀ ਐਂਡ ਬਿਫੋਰ ਆਈ ਨਿਊ ਦੈਟ ਆਈ ਡਿਡ ਆਈ ਸੈਡ ਯੈਸ, ਮੈਨੂੰ ਪਤਾ ਸੀ ਕਰ ਸਕਦਾ ਤੇ ਉਹਨੇ ਯੈਸ ਵਿੱਚ ਮੈਂ ਕੀ ਕੀਤਾ? ਯੈਸ ਵਿੱਚ ਆਨਸਰ ਦਿੱਤਾ। ਮਾਈ ਲਾਈਫ ਟੁੱਕ ਅ ਨਿਊ ਟਰਨ, ਹੁਣ ਮੇਰੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲੈ ਲਿਆ। ਹੀ ਹੈਡ ਪ੍ਰੋਵਾਈਡਡ ਐਵਰੀਥਿੰਗ ਨੀਡਡ ਫॉर ਪੇਂਟਿੰਗ, ਜਿਹੜਾ ਨੀਮ ਸੀ ਉਹਨੇ ਉਹਨੂੰ ਪੇਂਟ ਕਰਨ ਲਈ, ਆਥਰ ਨੂੰ ਦੁਆਰਾ ਪੇਂਟਿੰਗ ਕਰਨ ਲਈ ਸਾਰੀ ਚੀਜ਼ਾਂ ਪ੍ਰੋਵਾਈਡ ਕੀਤੀਆਂ ਜੋ ਪੇਂਟਿੰਗ ਲਈ ਚਾਹੀਦੀਆਂ ਸੀਗੀਆਂ। And when the hospital attendants cried out in surprise as they entered the room, he made them quiet. ਜਦ ਨਰਸ ਜਾਂ ਅਟੈਂਡੈਂਟ ਆਉਂਦੇ ਸੀਗੇ ਉਹਦੇ ਕਮਰੇ ਦੀ ਸਾਫ਼ ਸਫਾਈ ਕਰਾਉਣੀਆਂ, ਦਵਾਈਆਂ ਦੇਣ ਜਾਂ ਉਹਨੂੰ ਚੈੱਕ ਕਰਨ, ਤਾਂ ਉਹ ਚਿਲਾਉਂਦੇ ਸੀਗੇ, ਬੜੇ ਸਰਪ੍ਰਾਈਜ਼ ਹੁੰਦੇ ਸੀਗੇ ਕਿ ਇੱਕ ਜਿਹਦੀ ਆਈਸਾਈਟ ਹੀ ਚਲੀ ਗਈ ਉਹ ਕਿੱਦਾਂ ਪੇਂਟ ਕਰ ਸਕਦਾ। ਫਿਰ ਉਹਨਾਂ ਨੂੰ ਚੁੱਪ ਕਰਾਉਂਦਾ ਸੀ ਜੇ ਕੋਈ ਉੱਚੀ ਦਾਣੀ ਬੋਲਦਾ ਸੀ ਜਾਂ ਚਿਲਾਉਂਦਾ ਸੀ। ਦੈਨ ਦ ਮੈਰੀਕਲ ਸਟਾਰਟਿਡ, ਬਸ ਫਿਰ ਕੀ ਹੋਇਆ? ਮੈਰੀਕਲ ਜਿਹੜਾ ਸ਼ੁਰੂ ਹੋ ਗਿਆ, ਕਰਿਸ਼ਮਾ ਸ਼ੁਰੂ ਹੋ ਗਿਆ। ਵਿਦ ਏਗਰ ਬਟ ਆਲਮੋਸਟ ਟ੍ਰੈਂਬਲਿੰਗ ਫਿੰਗਰ, ਉਹਨੂੰ ਉਤਸੁਕਤਾ ਤਾਂ ਬਹੁਤ ਸੀ ਪੇਂਟਿੰਗ ਕਰਨ, ਕਿਉਂਕਿ ਪੇਂਟਿੰਗ ਕਰਨਾ ਉਹਦਾ ਜਿਹੜਾ ਸੀ ਰੁਚੀ ਸੀਗੀ, ਪਰ ਉਹਦੇ ਹੱਥ ਥੋੜ੍ਹੇ ਕੰਬਦੇ ਸੀ। ਟ੍ਰੈਂਬਲਿੰਗ ਫਿੰਗਰ ਨਾਲ ਉਹਨੇ ਕੀ ਕੀਤਾ? ਸ਼ੁਰੂ ਕੀਤਾ। ਆਈ ਸਟਾਰਟਡ ਡਰਾਇੰਗ ਅ ਸੀਨ, ਮੈਂ ਕਹਿੰਦਾ ਮੈਂ ਇੱਕ ਸੀਨ ਜਿਹੜਾ ਸੀ ਉਹ ਡਰਾ ਕਰਨਾ ਸ਼ੁਰੂ ਕਰ ਦਿੱਤਾ। ਆਈ ਹੈਡ ਵਨਸ ਐਡਮਾਇਰਡ, ਅਤੇ ਮੇਰੀ ਕਿਹੜੀ ਹੈ ਐਡਮਾਇਰ ਕੀਤਾ ਗਿਆ, ਮੇਰੀ ਪੇਂਟਿੰਗ ਨੂੰ ਐਡਮਾਇਰ ਕੀਤਾ, ਜਿਹੜਾ ਨੀਮ ਸੀਗਾ, ਸਰਾਹਿਆ ਗਿਆ। ਠੀਕ ਹੈ। ਆਈ ਲੇਬਰਡ ਔਨ ਐਂਡ ਔਨ ਸਕੈਚਿੰਗ ਦ ਸੀਨ ਫਰੋਮ ਕੈਨਵਸ ਆਫ ਮਾਈ ਮੈਮਰੀ ਔਨ ਦ ਪੇਪਰ, ਕਹਿੰਦਾ ਮੈਂ ਬੜੀ ਮਿਹਨਤ ਕੀਤੀ, ਸਕੈਚ ਜਿਹੜਾ ਤਿਆਰ ਕੀਤਾ ਕੈਨਵਸ 'ਤੇ, ਮੇਰੀ ਮੈਮਰੀ ਜੋ ਮੇਰੇ ਮਾਈਂਡ ਵਿੱਚ ਸੀਗਾ ਮੈਂ ਉਹ ਪੇਪਰ ਦੇ ਵਿੱਚ ਉਤਾਰ ਦਿੱਤਾ। ਟੂ ਐਬਜ਼ੋਰਬਡ ਟੂ ਥਿੰਕ ਆਫ ਮਾਈ ਬਲਾਈਂਡਨੈਸ, ਮੈਂ ਤਾਂ ਮਤਲਬ ਐਬਜ਼ੋਰਬ ਹੀ ਹੋ ਗਿਆ ਸੀਗਾ ਪੇਂਟਿੰਗ 'ਚ ਇੰਨਾ ਜ਼ਿਆਦਾ ਕਿ ਮੈਂ ਇਹ ਸੋਚ ਹੀ ਪਾਉਂਦਾ ਕਿ ਮੈਂ ਬਲਾਈਂਡ ਹਾਂ। ਆਈ ਫਿਨਿਸ਼ ਦ ਸੀਨ ਐਂਡ ਇਨ ਅ ਸ਼ੇਕੀ ਵੋਇਸ ਕਾਲਡ ਫॉर ਨੀਮ, ਜਦ ਮੇਰਾ ਜਿਹੜਾ ਸੀਨ ਸੀਗਾ, ਚਿੱਤਰ ਜਿਹੜਾ ਪੂਰਾ ਹੋ ਗਿਆ, ਮੈਂ ਹੌਲੀ ਜਿਹੀ ਆਵਾਜ਼ ਵਿੱਚ ਨੀਮ ਨੂੰ ਆਵਾਜ਼ ਮਾਰੀ। ਹੀ ਬਾਉਂਡਡ ਟੂ ਮਾਈ ਬੈਡ ਫॉर ਅ ਵਾਈਲ, ਆਈ ਹੇਅਰਡ ਨਥਿੰਗ, ਮੇਰਾ ਜਿਹੜਾ ਹਾਰਟ ਸੀਗਾ ਉਹ ਮਤਲਬ ਕਿ ਕੀ ਬੋਲੇਗਾ ਹੈ ਨਾ, ਤਾਂ ਕਰਕੇ ਉਹ ਜ਼ੋਰ ਕੀ ਧੜਕ ਰਿਹਾ ਸੀਗਾ। ਫॉर ਅ ਵਾਈਲ ਆਈ ਹੇਅਰਡ ਨਥਿੰਗ, ਮੈਨੂੰ ਕੁਛ ਵੀ ਨਹੀਂ ਸੁਣਿਆ, ਉਹਨੇ ਕੋਈ ਕੁਛ ਨਹੀਂ ਕਿਹਾ ਮੇਰੀ ਪੇਂਟਿੰਗ ਬਾਰੇ। ਮਾਈ ਹਾਰਟ ਸੈਂਕ, ਮੇਰਾ ਦਿਲ ਡੁੱਬਦਾ ਜਾ ਰਿਹਾ ਸੀ। I must have bungled it, I thought. Then his voice broke the silence. It's marvelous. ਫਿਰ ਉਹਨੇ ਕੀ ਕਿਹਾ? It's marvelous, ਕਹਿੰਦਾ ਬਹੁਤ ਵਧੀਆ ਤੂੰ ਪੇਂਟਿੰਗ ਕੀਤੀ ਹੈ। It's unbelievable, ਇਹ ਤਾਂ ਯਕੀਨ ਹੀ ਨਹੀਂ ਹੁੰਦਾ। You are a genius, ਤੂੰ ਤਾਂ ਜੀਨੀਅਸ ਹੈਗਾ। Man, a genius man. Who would say you are blind? ਕੋਈ ਕਹਿ ਨਹੀਂ ਸਕਦਾ ਤੂੰ ਬਲਾਈਂਡ ਹੈ। I felt relaxed, I said. ਫਿਰ ਜਦੋਂ ਉਹਨੇ ਇੱਦਾਂ ਉਹਦੀ ਸਰਾਹਨਾ ਕੀਤੀ, ਉਹਦੀ ਵਡਿਆਈ ਕੀਤੀ ਪੇਂਟਿੰਗ ਦੀ, ਤਾਂ ਉਹਨੂੰ ਰਿਲੈਕਸ ਫੀਲ ਹੋਇਆ, ਆਰਾਮ ਮਿਲਿਆ, ਅੱਛਾ ਲੱਗਿਆ। ਫਿਰ ਕਹਿੰਦਾ ਹੈ ਆਥਰ, ਰੀਅਲੀ, ਸੱਚ ਵਿੱਚ? ਆਈ ਕੁਡ ਨੈਵਰ ਬਿਲੀਵ, ਕਹਿੰਦਾ ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ। ਹੈਡ ਇਟ ਨਾਟ ਹੈਪਨਡ ਵਿਦ ਮਾਈ ਸੈਲਫ, ਕਿ ਇਹ ਸਭ ਮੇਰੇ ਨਾਲ ਹੋਇਆ ਹੈ। ਠੀਕ ਹੈ ਬੱਚੇ, ਨੈਕਸਟ ਪਾਰਟ ਜਿਹੜਾ ਹੈਗਾ ਆਪਾਂ ਆਪਣੀ ਨੈਕਸਟ ਜਿਹੜੀ ਵੀਡੀਓ ਹੈਗੀ ਹੈ ਉਹ 'ਚ ਕਰਾਂਗੇ। ਠੀਕ ਹੈ, ਓਕੇ ਓਕੇ, ਥੈਂਕ ਯੂ ਬੇਟਾ, ਹੈਵ ਅ ਨਾਈਸ ਡੇ।